ਸਤਿ ਸ੍ਰੀ ਅਕਾਲ ਜੀ। ਚਲੋ ਅੱਜ ਭਾਰਤੀ ਇਤਿਹਾਸ ਦੇ ਉਹਨਾਂ ਖਾਸ ਪੰਨਿਆਂ ਤੇ ਇੱਕ ਤੇਜ਼ ਨਜ਼ਰ ਮਾਰੀਏ ਜਿਹੜੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਹੁਤ ਜ਼ਰੂਰੀ ਨੇ। ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨੇ ਸਾਰੇ ਇਤਿਹਾਸਿਕ ਤੱਥ, ਤਰੀਕਾਂ ਤੇ ਨਾਵਾਂ ਨੂੰ ਯਾਦ ਕਿਵੇਂ ਰੱਖਿਆ ਜਾਵੇ। ਇਹ ਸੱਚਮੁੱਚ ਇੱਕ ਵੱਡੀ ਚੁਣੌਤੀ ਹੈ, ਪਰ ਘਬਰਾਉਣ ਦੀ ਲੋੜ ਨਹੀਂ। ਅਸੀਂ ਭਾਰਤੀ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਨੁਕਤਿਆਂ ਨੂੰ ਇਸ ਤਰ੍ਹਾਂ ਸਮਝਾਂਗੇ ਕਿ ਉਹ ਆਸਾਨੀ ਨਾਲ ਯਾਦ ਰਹਿ ਜਾਣ। ਤਾਂ ਫਿਰ ਸ਼ੁਰੂਆਤ ਕਰਦੇ ਹਾਂ। ਸਾਡਾ ਸਫ਼ਰ ਸ਼ੁਰੂ ਹੁੰਦਾ ਹੈ ਪ੍ਰਾਚੀਨ ਭਾਰਤ ਤੋਂ। ਅਸੀਂ ਉਹਨਾਂ ਬੁਨਿਆਦੀ ਸੱਭਿਅਤਾਵਾਂ ਤੇ ਫਲਸਫਿਆਂ ਦੀ ਗੱਲ ਕਰਾਂਗੇ ਜਿਨ੍ਹਾਂ 'ਚੋਂ ਸਵਾਲ ਬਣਦੇ ਹੀ ਬਣਦੇ ਨੇ। ਅੱਛਾ, ਹੁਣ ਇਹ ਦੇਖੋ, ਇਹ ਸਾਰਣੀ ਮਿਲਾਨ ਕਰੋ ਯਾਨੀ ਮੈਚ ਦਾ ਫੋਲੋਇੰਗ ਵਾਲੇ ਸਵਾਲਾਂ ਲਈ ਬਹੁਤ ਖਾਸ ਹੈ। ਰਿਗਵੇਦ ਦੇ ਪੁਜਾਰੀ ਨੂੰ ਕਹਿੰਦੇ ਸੀ ਹੋਤਰਾ, ਸਾਮਵੇਦ ਵਾਲੇ ਨੂੰ ਉਦਗਾਤਾ, ਯਜੁਰਵੇਦ ਲਈ ਅਧਵਰਿਊ ਤੇ ਅਥਰਵਵੇਦ ਲਈ ਬ੍ਰਹਮਾ। ਬਸ ਇਹ ਚਾਰ ਨਾਂ ਤੇ ਚਾਰ ਵੇਦ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ। ਇਹ ਸਾਰਣੀ ਤਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਦੇਖੋ, ਪਹਿਲੀ ਬੌਧੀ ਸਭਾ ਰਾਜਗ੍ਰਹਿ ਵਿੱਚ ਹੋਈ, ਉਦੋਂ ਰਾਜਾ ਸੀ ਅਜਾਤਸ਼ਤਰੂ। ਦੂਜੀ ਵੈਸ਼ਾਲੀ ਵਿੱਚ, ਕਾਲ ਅਸ਼ੋਕ ਦੇ ਰਾਜ ਵਿੱਚ। ਤੀਜੀ ਪਾਟਲੀਪੁੱਤਰ ਵਿੱਚ, ਅਸ਼ੋਕ ਦੇ ਸਮੇਂ। ਤੇ ਚੌਥੀ ਕੁੰਡਲਵਨ ਯਾਨੀ ਕਸ਼ਮੀਰ ਵਿੱਚ, ਕਨਿਸ਼ਕ ਦੇ ਸ਼ਾਸਨਕਾਲ ਵਿੱਚ। ਸਾਰੀ ਜਾਣਕਾਰੀ ਇੱਕੋ ਥਾਂ ਤੇ। ਕਿੰਨਾ ਸੌਖਾ ਹੋ ਗਿਆ ਯਾਦ ਕਰਨਾ। ਚਲੋ ਪ੍ਰਾਚੀਨ ਭਾਰਤ ਤੋਂ ਅੱਗੇ ਵਧਦੇ ਹਾਂ। ਹੁਣ ਅਸੀਂ ਦਾਖਲ ਹੋ ਰਹੇ ਹਾਂ ਮਹਾਨ ਸਾਮਰਾਜਿਆਂ ਦੇ ਦੌਰ ਵਿੱਚ। ਇਸ ਹਿੱਸੇ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਵੱਡੇ-ਵੱਡੇ ਰਾਜਵੰਸ਼ ਬਣੇ ਤੇ ਖਤਮ ਹੋਏ, ਤੇ ਉਹ ਕਿਹੜੀਆਂ ਲੜਾਈਆਂ ਸਨ ਜਿਨ੍ਹਾਂ ਨੇ ਪੂਰੇ ਭਾਰਤ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਦਿੱਲੀ ਸਲਤਨਤ ਦੇ 5 ਵੰਸ਼ਾਂ ਨੂੰ ਲਾਈਨ 'ਚ ਯਾਦ ਰੱਖਣਾ ਕਈ ਵਾਰ ਔਖਾ ਲੱਗਦਾ ਹੈ, ਪਰ ਇਸ ਦੇ ਲਈ ਇੱਕ ਬਹੁਤ ਹੀ ਸੌਖਾ ਤਰੀਕਾ ਹੈ। ਬਸ ਇਹ ਲਾਈਨ ਯਾਦ ਰੱਖਣੀ ਹੈ, ਗੁਲ ਖਿਲੇ ਤੋ ਸੁਗੰਧ ਲੋ। ਹੈ ਨਾ ਵਧੀਆ? ਇਹ ਸਵਾਲ ਪੇਪਰਾਂ 'ਚ ਅਕਸਰ ਆਉਂਦਾ ਹੀ ਰਹਿੰਦਾ ਹੈ। ਤੇ ਆਓ ਹੁਣ ਉਸੇ ਲਾਈਨ ਨੂੰ ਖੋਲ ਕੇ ਦੇਖੀਏ। ਗੁਲ ਤੋਂ ਬਣਿਆ ਗੁਲਾਮ ਵੰਸ਼, ਖਿਲੇ ਤੋਂ ਖਿਲਜੀ, ਤੋਂ ਤੁਗਲਕ, ਸੁਗੰਧ ਤੋਂ ਸੈਯਦ ਅਤੇ ਲੋ ਤੋਂ ਲੋਧੀ। ਲੋ ਜੀ, ਇਸ ਤਰ੍ਹਾਂ ਇਹ ਕਰਮ ਹੁਣ ਕਦੀ ਨਹੀਂ ਭੁੱਲੇਗਾ। ਹੁਣ ਇੱਥੇ ਇੱਕ ਬਹੁਤ ਹੀ ਦਿਲਚਸਪ ਗੱਲ ਹੈ। 1191 ਵਿੱਚ ਤਰਾਇਨ ਦੀ ਪਹਿਲੀ ਲੜਾਈ ਹੋਈ, ਜਿਸ ਵਿੱਚ ਪ੍ਰਿਥਵੀਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾ ਦਿੱਤਾ। ਪਰ ਦੇਖੋ, ਅਗਲੇ ਹੀ ਸਾਲ 1192 ਵਿੱਚ ਬਾਜ਼ੀ ਪਲਟ ਗਈ। ਦੂਜੀ ਲੜਾਈ ਵਿੱਚ ਮੁਹੰਮਦ ਗੌਰੀ ਜਿੱਤ ਗਿਆ। ਸਿਰਫ 1 ਸਾਲ ਦੇ ਅੰਦਰ ਨਤੀਜਾ ਬਿਲਕੁਲ ਉਲਟ। ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਗੱਲ ਕਰਦੇ ਹਾਂ ਪਾਣੀਪਤ ਦੀਆਂ ਉਹਨਾਂ 3 ਲੜਾਈਆਂ ਦੀ ਜਿਨ੍ਹਾਂ ਨੇ ਇਤਿਹਾਸ ਦਾ ਰੁਖ ਮੋੜ ਦਿੱਤਾ। 1526 ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਫਿਰ 1556 ਵਿੱਚ ਅਕਬਰ ਨੇ ਹੇਮੂ ਨੂੰ ਹਰਾਇਆ ਤੇ 1761 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ। ਇਹ ਸਾਰਣੀ ਸਾਰੇ ਜ਼ਰੂਰੀ ਤੱਥਾਂ ਨੂੰ ਇੱਕੋ ਝਲਕ ਵਿੱਚ ਯਾਦ ਕਰਵਾ ਦਿੰਦੀ ਹੈ। ਜਿਵੇਂ-ਜਿਵੇਂ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ, ਭਾਰਤ ਵਿੱਚ ਇੱਕ ਨਵੀਂ ਤਾਕਤ ਪੈਰ ਜਮਾ ਰਹੀ ਸੀ। ਹੁਣ ਅਸੀਂ ਬ੍ਰਿਟਿਸ਼ ਸ਼ਾਸਨ ਦੇ ਦੌਰ ਵੱਲ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਲੜਾਈਆਂ ਤੇ ਕਾਨੂੰਨਾਂ ਰਾਹੀਂ ਆਪਣਾ ਕੰਟਰੋਲ ਪੱਕਾ ਕੀਤਾ। ਐਂਗਲੋ-ਮੈਸੂਰ ਯੁੱਧਾਂ ਦਾ ਕ੍ਰਮ ਤੇ ਉਹਨਾਂ ਤੋਂ ਬਾਅਦ ਹੋਈਆਂ ਸੰਧੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੇਖੋ, ਪਹਿਲੇ ਯੁੱਧ ਤੋਂ ਬਾਅਦ ਮਦਰਾਸ ਦੀ ਸੰਧੀ ਹੋਈ, ਦੂਜੇ ਤੋਂ ਬਾਅਦ ਮੰਗਲੌਰ ਦੀ ਤੇ ਤੀਜੇ ਤੋਂ ਬਾਅਦ ਸ਼੍ਰੀਰੰਗਪਟਨਮ ਦੀ। ਇਹ ਲੜੀ ਅਕਸਰ ਪ੍ਰੀਖਿਆ ਵਿੱਚ ਪੁੱਛੀ ਜਾਂਦੀ ਹੈ, ਇਸ ਲਈ ਇਸ ਨੂੰ ਧਿਆਨ ਨਾਲ ਦੇਖੋ। ਇਹ ਦੋਹਰੀ ਸਰਕਾਰ ਦਾ ਸੰਕਲਪ ਥੋੜਾ ਗੁੰਝਲਦਾਰ ਹੈ, ਪਰ ਸਮਝਣਾ ਜ਼ਰੂਰੀ ਹੈ। ਸਿੱਧੇ ਸ਼ਬਦਾਂ ਵਿੱਚ, ਕੰਮ ਦੀ ਸਾਰੀ ਜ਼ਿੰਮੇਵਾਰੀ ਨਵਾਬ ਦੇ ਸਿਰ ਤੇ, ਪਰ ਪੈਸਾ ਇਕੱਠਾ ਕਰਨ ਦਾ ਹੱਕ ਈਸਟ ਇੰਡੀਆ ਕੰਪਨੀ ਕੋਲ। ਇਹ ਅਸਲ ਵਿੱਚ ਬਿਨਾਂ ਕੋਈ ਜ਼ਿੰਮੇਵਾਰੀ ਲਏ ਸਾਰੀ ਤਾਕਤ ਆਪਣੇ ਹੱਥ 'ਚ ਰੱਖਣ ਦਾ ਇੱਕ ਬਹੁਤ ਹੀ ਚਲਾਕ ਤਰੀਕਾ ਸੀ। ਹਾਂ, 3 ਐਕਟ ਬ੍ਰਿਟਿਸ਼ ਰਾਜ ਦੇ ਮਜ਼ਬੂਤ ਹੋਣ ਦੀ ਕਹਾਣੀ ਦੱਸਦੇ ਨੇ। 1773 ਦੇ ਰੈਗੂਲੇਟਿੰਗ ਐਕਟ ਨਾਲ ਕੰਪਨੀ ਤੇ ਕੰਟਰੋਲ ਸ਼ੁਰੂ ਹੋਇਆ। 1833 ਦੇ ਚਾਰਟਰ ਐਕਟ ਨੇ ਗਵਰਨਰ ਜਨਰਲ ਨੂੰ ਹੋਰ ਤਾਕਤਵਰ ਬਣਾਇਆ ਤੇ 1854 ਦੇ ਵੁਡਸ ਡਿਸਪੈਚ ਨੇ ਭਾਰਤ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਨੀਂਹ ਰੱਖੀ। ਇਹ ਸਭ ਬ੍ਰਿਟਿਸ਼ ਪ੍ਰਸ਼ਾਸਨ ਦੇ ਵਿਕਾਸ ਦੇ ਮੀਲ ਪੱਥਰ ਸਨ। ਜਿਵੇਂ-ਜਿਵੇਂ ਬ੍ਰਿਟਿਸ਼ ਸ਼ਾਸਨ ਦਾ ਸ਼ਿਕੰਜਾ ਕੱਸਦਾ ਗਿਆ, ਉਸ ਦੇ ਖਿਲਾਫ ਵਿਰੋਧ ਦੀਆਂ ਆਵਾਜ਼ਾਂ ਵੀ ਉੱਚੀਆਂ ਹੋਣ ਲੱਗੀਆਂ। ਚਲੋ ਹੁਣ ਦੇਖਦੇ ਹਾਂ ਕਿ ਆਜ਼ਾਦੀ ਦੇ ਸੰਘਰਸ਼ ਦੀ ਨੀਂਹ ਕਿਵੇਂ ਰੱਖੀ ਗਈ ਤੇ ਕਿਹੜੀਆਂ ਘਟਨਾਵਾਂ ਤੇ ਸੰਸਥਾਵਾਂ ਇਸ ਦੀ ਜੜ ਬਣੀਆਂ। ਇਸ ਸਾਲ ਤਾਂ ਭਾਰਤੀ ਇਤਿਹਾਸ ਵਿੱਚੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। 1857 ਬ੍ਰਿਟਿਸ਼ ਹਕੂਮਤ ਦੇ ਖਿਲਾਫ ਪਹਿਲੀ ਵੱਡੀ ਸੰਗਠਿਤ ਬਗਾਵਤ ਦਾ ਸਾਲ। ਇਸ ਵਿਦਰੋਹ ਨਾਲ ਜੁੜੇ ਕੁਝ ਮੁੱਖ ਤੱਥ ਯਾਦ ਰੱਖਣੇ ਬਹੁਤ ਜ਼ਰੂਰੀ ਨੇ। ਵਿਦਰੋਹ ਦਾ ਚਿੰਨ੍ਹ ਸੀ ਰੋਟੀ ਤੇ ਕਮਲ ਦਾ ਫੁੱਲ। ਪਹਿਲੇ ਸ਼ਹੀਦ ਮੰਗਲ ਪਾਂਡੇ ਸਨ ਅਤੇ ਵਿਦਰੋਹ ਦੇ ਪ੍ਰਤੀਕਾਤਮਕ ਨੇਤਾ ਯਾਨੀ ਸਿੰਬੋਲਿਕ ਲੀਡਰ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੂਜੇ ਸਨ। ਤੇ ਫਿਰ ਆਉਂਦਾ ਹੈ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਸਾਲ 1885। ਇਸ ਸਾਲ ਭਾਰਤੀ ਰਾਸ਼ਟਰੀ ਕਾਂਗਰਸ ਦਾ ਗਠਨ ਹੋਇਆ। ਕਾਂਗਰਸ ਦੀ ਸਥਾਪਨਾ ਨਾਲ ਜੁੜੇ ਇਹ 3 ਨਾਂ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ। ਇਸ ਦੇ ਸੰਸਥਾਪਕ ਸਨ A.O. ਹਿਊਮ, ਜੋ ਇੱਕ ਰਿਟਾਇਰਡ ਬ੍ਰਿਟਿਸ਼ ਅਧਿਕਾਰੀ ਸਨ।
ਉਸ ਸਮੇਂ ਭਾਰਤ ਦਾ ਵਾਇਸਰਾਏ ਸੀ ਲਾਰਡ ਡਫਰਿਨ ਔਰ ਕਾਂਗਰਸ ਦੇ ਪਹਿਲੇ ਪ੍ਰਧਾਨ ਬਣੇ WC ਬੈਨਰਜੀ। 19ਵੀਂ ਸਦੀ ਵਿੱਚ ਸਿਰਫ ਰਾਜਨੀਤਿਕ ਹੀ ਨਹੀਂ ਬਲਕਿ ਸਮਾਜਿਕ ਤੇ ਧਾਰਮਿਕ ਸੁਧਾਰਾਂ ਦੀ ਵੀ ਲਹਿਰ ਚੱਲੀ। ਇਹ ਸਾਰਣੀ ਉਸੇ ਦੀ ਇੱਕ ਝਲਕ ਹੈ। ਜਿਵੇਂ ਬ੍ਰਹਮੋ ਸਮਾਜ ਦੀ ਸਥਾਪਨਾ ਰਾਜਾ ਰਾਮ ਮੋਹਨ ਰਾਏ ਨੇ ਕੀਤੀ ਤੇ ਆਰਯ ਸਮਾਜ ਦੀ ਸਵਾਮੀ ਦਇਆਨੰਦ ਸਰਸਵਤੀ ਨੇ। ਇਹ ਮੈਚ ਦ ਫਾਲੋਇੰਗ ਲਈ ਬਹੁਤ ਮਹੱਤਵਪੂਰਨ ਹੈ। ਅਤੇ ਹੁਣ ਅਸੀਂ ਪਹੁੰਚ ਗਏ ਹਾਂ 20ਵੀਂ ਸਦੀ ਵਿੱਚ, ਜਿੱਥੇ ਆਜ਼ਾਦੀ ਦੀ ਲੜਾਈ ਆਪਣੇ ਸਭ ਤੋਂ ਤੀਵਰ ਅਤੇ ਅੰਤਿਮ ਪੜਾਅ ਵਿੱਚ ਦਾਖਲ ਹੁੰਦੀ ਹੈ। ਇਹ ਦੌਰ ਤਾਂ ਘਟਨਾਵਾਂ ਨਾਲ ਭਰਿਆ ਪਿਆ ਸੀ। ਸਾਈਮਨ ਕਮਿਸ਼ਨ ਦਾ ਵਿਰੋਧ, ਫਿਰ ਡਾਂਡੀ ਮਾਰਚ, ਗਾਂਧੀ-ਇਰਵਿਨ ਸਮਝੌਤਾ, ਗੋਲਮੇਜ਼ ਕਾਨਫਰੰਸ ਤੇ ਫਿਰ ਪੂਨਾ ਸਮਝੌਤਾ। ਇਹ ਸਾਰੀਆਂ ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਇਹਨਾਂ ਦਾ ਕ੍ਰਮ ਸਮਝਣਾ ਪ੍ਰੀਖਿਆ ਲਈ ਬੇਹੱਦ ਜ਼ਰੂਰੀ ਹੈ। ਪੂਰਨ ਸਵਰਾਜ, ਇਹ ਸਿਰਫ ਦੋ ਸ਼ਬਦ ਨਹੀਂ ਸਨ, ਇਹ ਆਜ਼ਾਦੀ ਦੇ ਸੰਘਰਸ਼ ਦਾ ਨਵਾਂ ਮਕਸਦ ਸੀ। 1929 ਦੇ ਲਾਹੌਰ ਸੈਸ਼ਨ ਵਿੱਚ ਇਹ ਐਲਾਨ ਕੀਤਾ ਗਿਆ ਕਿ ਹੁਣ ਥੋੜੇ-ਮੋਟੇ ਸੁਧਾਰ ਨਹੀਂ ਬਲਕਿ ਪੂਰੀ ਆਜ਼ਾਦੀ ਚਾਹੀਦੀ ਹੈ। ਤਾਂ ਇਸ ਪੂਰੀ ਤੇਜ਼ ਰਫ਼ਤਾਰ ਯਾਤਰਾ ਤੋਂ ਬਾਅਦ ਇੱਕ ਸਵਾਲ ਸੋਚਣ ਲਈ ਛੱਡਦੇ ਹਾਂ। ਭਾਰਤ ਦੇ ਇਤਿਹਾਸ ਵਿੱਚ ਇੰਨੇ ਸਾਰੇ ਮੋੜ ਆਏ, ਪਰ ਉਹ ਕਿਹੜਾ ਇੱਕ ਮੋੜ ਸੀ ਜਿਹੜਾ ਸਭ ਤੋਂ ਵੱਧ ਅਹਿਮ, ਸਭ ਤੋਂ ਵੱਧ ਫੈਸਲਾਕੁੰਨ ਸਾਬਿਤ ਹੋਇਆ? ਇਸ ਤੇ ਜ਼ਰੂਰ ਵਿਚਾਰ ਕਰਨਾ। ਤੁਹਾਡੀ ਤਿਆਰੀ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।